ਧੰਨਵਾਦ ਹੈ ਪੰਪਕਿਨ ਅਕੈਡਮੀ ਆਫ ਡਿਜੀਟਲ ਆਰਟਸ ਦਾ, ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 3D ਐਨੀਮੇਸ਼ਨ ਫਿਲਮ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨੂੰ ਬਣਾਉਣ ਦਾ ਸੁਚੱਜਾ ਤੇ ਸ਼ਲਾਘਾਯੋਗ ਉਪਰਾਲਾ ਕੀਤਾ। ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ। ਹਿੰਦੁਸਤਾਨ ਸੰਤਾਂ ਮਹਾਪੁਰਸ਼ਾਂ, ਰਿਸ਼ੀਆਂ ਮੁਨੀਆਂ ਤੇ ਪੀਰ ਪੈਗੰਬਰਾਂ ਦਾ ਦੇਸ਼ ਹੈ। ਮੈਂ ਹਿੰਦੁਸਤਾਨ ਦਾ ਇਤਿਹਾਸ ਹਾਂ। ਮੇਰੇ ਸਾਹਮਣੇ ਸਮੇਂ ਨੇ ਕਈ ਕਰਵਟਾਂ ਬਦਲੀਆਂ ਤੇ ਮੈਂ ਉਹਨਾਂ ਬਦਲੀਆਂ ਕਰਵਟਾਂ ਦੇ ਹਰ ਪਲ ਦਾ ਗਵਾਹ ਹਾਂ। ਸਿੱਖ ਪੰਥ ਦੇ ਸੰਤ ਸਿਪਾਹੀ ਗੁਰੂਆਂ ਤੇ ਬਹਾਦਰ ਸਿੰਘਾਂ ਸਿੰਘਣੀਆਂ ਦੀਆਂ ਸੱਚਾਈਆਂ, ਪਰਉਪਕਾਰਾਂ, ਜ਼ਬਰ ਜ਼ੁਲਮ ਵਿਰੁੱਧ ਜੰਗਾਂ, ਧੀਆਂ ਭੈਣਾਂ ਦੀਆਂ ਇੱਜ਼ਤਾਂ ਲਈ ਅਤੇ ਦੇਸ਼ ਧਰਮ ਦੀ ਰੱਖਿਆ ਲਈ ਦਿੱਤੀਆਂ ਲਾਸਾਨੀ ਸ਼ਹਾਦਤਾਂ ਸਦਕੇ ਮੈਨੂੰ ਸਿੱਖੀ ਦਾ ਗੌਰਵਮਈ ਤੇ ਸੁਨਹਿਰੀ ਇਤਿਹਾਸ ਦਾ ਮਾਣ ਪ੍ਰਾਪਤ ਹੈ। ਜਦੋਂ ਹਿੰਦੁਸਤਾਨ ਵਿੱਚ ਮੁਗਲ ਸਰਕਾਰ ਵੱਲੋਂ ਹਿੰਦੁਸਤਾਨੀ ਲੋਕਾਂ ਤੇ ਜ਼ੁਲਮ ਤੇ ਅਤਿਆਚਾਰ ਕੀਤੇ ਜਾ ਰਹੇ ਸਨ, ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਤੇ ਲੋਕਾਂ ਨੂੰ ਅਤੇ ਧਰਮ ਨੂੰ ਮਿਥਿਆ ਤੇ ਮਧੋਲਿਆ ਜਾ ਰਿਹਾ ਸੀ, ਉਸ ਸਮੇਂ ਕਮਜ਼ੋਰ ਤੇ ਮੁਰਦਾ ਹੋ ਚੁੱਕੀ ਭਾਰਤੀ ਕੌਮ ਨੂੰ ਬਲਵਾਨ ਕਰਨ ਲਈ ਅਤੇ ਧਰਮ ਦੀ ਰੱਖਿਆ ਲਈ ਪ੍ਰਤਿਪਾਲਕ ਪਰਮਾਤਮਾ ਵੱਲੋਂ ਭੇਜੀ ਹੋਈ ਨੂਰਾਨੀ ਰੂਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦ ਦੀ ਚਾਦਰ ਬਣ ਕੇ ਆਪਣੀ ਸ਼ਹਾਦਤ ਦਿੱਤੀ। ਅੱਜ ਮੈਂ ਆਪਣੀ ਕਿਤਾਬ ਵਿੱਚ ਸੁਨਹਿਰੀ ਅੱਖਰਾਂ ਨਾਲ ਦਰਜ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦਾ ਪੰਨਾ ਖੋਲਣ ਜਾ ਰਿਹਾ ਹਾਂ, ਜਿਸ ਦਾ ਦ੍ਰਿਸ਼ ਮੇਰੇ ਸਾਹਮਣੇ ਘੁੰਮ ਰਿਹਾ ਹੈ। ਸ਼ਹਿਨਸ਼ਾਹ ਆਲਮ ਦਾ ਫਰਮਾਨ, ਗੈਰ ਮੁਸਲਮਾਨਾਂ ਨੂੰ ਜਜ਼ੀਆ ਦੇਣਾ ਪਏਗਾ। ਰੋਟੀ ਖਾਣ ਨੂੰ ਨਹੀਂ ਤੇ ਜਜ਼ੀਆ ਮੰਗਦੇ ਨੇ। ਹਿੰਦੂ ਤੀਰਥ ਸਥਾਨਾਂ ਤੇ ਜਾਣ ਵਾਲੇ ਯਾਤਰੀਆਂ ਨੂੰ ਕਰ ਦੇਣਾ ਪਏਗਾ। ਓਏ ਸਾਰਿਆਂ ਨੂੰ ਮੁਸਲਮਾਨ ਇਹਨਾਂ ਹੁਕਮਾਂ ਦੀ ਕੁਤਾਹੀ ਕਰਨ ਵਾਲੇ ਵੱਡੀ ਸਜ਼ਾ ਦੇ ਭਾਗੀਦਾਰ ਹੋਣਗੇ ਭਾਈਓ। ਹਾਂ ਤੇ ਵਜ਼ੀਰ ਆਲਾ, ਹਿੰਦੁਸਤਾਨੀ ਲੋਕਾਂ ਉੱਪਰ ਮੁਹਿੰਮ ਸ਼ੁਰੂ ਹੋਈ ਕਿ ਨਹੀਂ? ਸ਼ੁਰੂ ਕੀਤੀ ਗਈ ਹੈ ਹੁਜ਼ੂਰ ਆਲਾ। ਕਾਜ਼ੀਆਂ ਤੇ ਮੁਲਾਣਿਆਂ ਨੂੰ ਪੂਰੇ ਅਖਤਿਆਰ ਦੇ ਦਿੱਤੇ ਗਏ ਨੇ। ਸੁਣੋ, ਵੱਡਾ ਹਮਲਾ ਕਸ਼ਮੀਰ ਤੋਂ ਸ਼ੁਰੂ ਕਰੋ। ਕਸ਼ਮੀਰ ਤੋਂ? ਕਿਉਂ ਹੁਜ਼ੂਰ? ਕਸ਼ਮੀਰ ਵਿੱਚ ਵਿਦਵਾਨ ਪੰਡਤਾਂ ਦੀ ਗਿਣਤੀ ਬਹੁਤ ਹੈ। ਜੇ ਉਹ ਵਿਦਵਾਨ ਪੰਡਤ ਸਾਡਾ ਦੀਨ ਕਬੂਲ ਕਰ ਲੈਣ ਤਾਂ ਇਹ ਬਹੁਤ ਚੰਗਾ ਹੋਵੇਗਾ। ਹੁਜ਼ੂਰ, ਇਸ ਕੰਮ ਲਈ ਕਸ਼ਮੀਰ ਦਾ ਕੋਈ ਸਖਤ ਹਾਕਮ ਥਾਪ ਦਿੱਤਾ ਜਾਵੇ। ਸ਼ੇਰ ਅਫਗਾਨ ਖਾਨ ਨੂੰ ਕਸ਼ਮੀਰ ਦਾ ਹਾਕਮ ਥਾਪ ਦਿਓ। ਸਭ ਇਸ ਤਰ੍ਹਾਂ ਸ਼ੇਰ ਅਫਗਾਨ ਖਾਨ ਨੂੰ ਕਸ਼ਮੀਰ ਦਾ ਹਾਕਮ ਥਾਪ ਦਿੱਤਾ ਗਿਆ। ਕਸ਼ਮੀਰ ਵਿੱਚ ਪੰਡਤਾਂ ਤੇ ਅਸਹਿ ਤੇ ਅਕਹਿ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਹੁਜ਼ੂਰ, ਅਸੀਂ ਤੁਹਾਡੀ ਪਰਜਾ ਹਾਂ, ਸਾਡੇ ਉੱਪਰ ਰਹਿਮ ਕਰੋ। ਰਹਿਮ ਕਰੋ, ਰਹਿਮ ਕਰੋ, ਹੁਜ਼ੂਰ ਰਹਿਮ ਕਰੋ। ਹੁਕਮ ਸ਼ਹਿਨਸ਼ਾਹ ਹਿੰਦ ਦਾ, ਜਨੇਊ ਵੀ ਰੋਜ਼ ਟੁੱਟਣਗੇ ਤੇ ਸਖਤੀ ਵੀ ਹੋਰ ਵਧੇਗੀ। ਬਾਦਸ਼ਾਹ ਸਲਾਮਤ ਔਰੰਗਜ਼ੇਬ ਦਾ ਖ਼ਾਬ ਹੈ ਕਿ ਇੱਥੇ ਇੱਕੋ ਮਜ਼ਹਬ ਹੋਵੇਗਾ। ਜੇ ਸਖਤੀ ਤੋਂ ਬਚਣਾ ਚਾਹੁੰਦੇ ਹੋ ਤਾਂ ਦੋ ਹੀ ਰਸਤੇ ਹਨ, ਧਰਮ ਬਦਲੀ ਕਰੋ ਜਾਂ ਮੌਤ ਕਬੂਲ ਕਰੋ। ਹੁਜ਼ੂਰ, ਸਾਨੂੰ ਫੈਸਲਾ ਕਰਨ ਲਈ ਕੁਝ ਸਮਾਂ ਮੋਹਲਤ ਦੇ ਦਿਓ ਹੁਜ਼ੂਰ। ਸਾਡਾ ਫੈਸਲਾ ਅੰਤਮ ਹੈ ਤੇ ਤੁਹਾਡਾ ਵੀ ਅੰਤਮ ਹੋਣਾ ਚਾਹੀਦਾ ਹੈ। ਠੀਕ ਹੈ, ਠੀਕ ਹੈ। ਹੁਜ਼ੂਰ ਦਾ ਇਕਬਾਲ ਬੁਲੰਦ ਰਹੇ। ਚਲੋ ਚਲੋ। ਲੰਬੀ ਵਿਚਾਰ ਚਰਚਾ ਤੋਂ ਬਾਅਦ ਕਸ਼ਮੀਰੀ ਪੰਡਤ 25 ਮਈ 1675 ਈਸਵੀ ਨੂੰ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਫਰਿਆਦ ਲੈ ਕੇ ਹਾਜ਼ਰ ਹੋਈ। ਸੱਚੇ ਪਾਤਸ਼ਾਹ,
ਅਸੀਂ ਕਸ਼ਮੀਰੀ ਪੰਡਤ ਗੁਰੂ ਨਾਨਕ ਦੇ ਘਰ ਆਪ ਜੀ ਦੇ ਚਰਨਾਂ ਵਿੱਚ ਫਰਿਆਦ ਲੈ ਕੇ ਆਇਆ। ਸਾਡਾ ਇਹ ਧਰਮ ਘੋਰ ਸੰਕਟ 'ਚ ਹੈ। ਸਾਨੂੰ ਕਸ਼ਮੀਰ ਦੇ ਪੰਡਤਾਂ ਨੂੰ ਤਲਵਾਰ ਦੇ ਜ਼ੋਰ ਨਾਲ ਦਬਾਇਆ ਜਾ ਰਿਹਾ ਹੈ ਤੇ ਰੋਜ਼ ਜਬਰੀ ਸਾਡੇ ਜੰਝੂ ਉਤਾਰੇ ਜਾ ਰਹੇ ਹਨ। ਗਰੀਬ ਨਵਾਜ਼ ਜੀਓ, ਸਾਨੂੰ ਆਪ ਜੀ ਦਾ ਹੀ ਓਟ ਆਸਰਾ ਹੈ। ਗੁਰੂ ਨਾਨਕ ਦਾ ਘਰ ਨਿਮਾਣਿਆਂ ਦਾ ਮਾਣ ਤੇ ਨਿਤਾਣਿਆਂ ਦਾ ਤਾਣ ਹੈ। ਸੱਚੇ ਪਾਤਸ਼ਾਹ, ਇਸ ਜ਼ੁਲਮ ਤੇ ਅਤਿਆਚਾਰ ਦੀ ਹਨੇਰੀ ਨੂੰ ਤੁਸੀਂ ਹੀ ਠੱਲ ਸਕਦੇ ਹੋ। ਸਤਿਗੁਰੂ ਜੀ, ਜੇ ਤੁਸੀਂ ਸਾਡੀ ਬਾਹ ਨਾ ਫੜੀ ਤੇ ਆਉਣ ਵਾਲੇ ਸਮਿਆਂ ਵਿੱਚ ਸੰਸਾਰ ਉੱਤੇ ਸਾਡਾ ਧਰਮ ਹੀ ਖਤਮ ਹੋ ਜਾਏਗਾ। ਸਾਰੇ ਕਸ਼ਮੀਰੀ ਪੰਡਤ ਭੁੱਬਾਂ ਮਾਰ ਕੇ ਰੋ ਰਹੇ ਸਨ। ਇੰਨੇ ਨੂੰ ਬਾਲ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਵਿੱਚ ਆ ਗਏ ਤੇ ਪਿਤਾ ਜੀ ਨੂੰ ਪੁੱਛਿਆ ਕਿ ਇਹਨਾਂ ਦੁਖਿਆਰਿਆਂ ਦੀਆਂ ਅੱਖਾਂ ਵਿੱਚ ਹੰਝੂ ਕਿਉਂ ਹਨ। ਗੁਰੂ ਸਾਹਿਬ ਨੇ ਕਿਹਾ, ਪੁੱਤਰ ਜੀ, ਕਮਜ਼ੋਰ ਤੇ ਮੁਰਦਾ ਹੋ ਚੁੱਕੀ ਭਾਰਤੀ ਕੌਮ ਨੂੰ ਮੁੜ ਜਿਉਂਦਾ ਕਰਨ ਲਈ ਨਰੋਏ ਖੂਨ ਦੀ ਲੋੜ ਹੈ ਤੇ ਹੁਣ ਕਿਸੇ ਮਹਾਨ ਪੁਰਸ਼ ਦੀ ਮਹਾਨ ਕੁਰਬਾਨੀ ਹੀ ਇਸ ਕੌਮ ਨੂੰ ਨਵੀਂ ਜ਼ਿੰਦਗੀ ਦੇ ਸਕਦੀ ਹੈ। ਗੁਰੂ ਸਾਹਿਬ ਜੀ ਦਾ ਜਵਾਬ ਸੁਣ ਕੇ ਦਸ਼ਮੇਸ਼ ਪਿਤਾ ਜੀ ਨੇ ਜੋ ਕਿਹਾ, ਉਸ ਦੀ ਮਿਸਾਲ ਦੁਨੀਆ ਤੇ ਮੇਰੀ ਕਿਤਾਬ ਵਿੱਚ ਕਿਤੇ ਹੋਰ ਦਰਜ ਨਹੀਂ ਹੋਈ। ਬਾਲ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਗੁਰੂਦੇਵ ਪਿਤਾ ਜੀਓ, ਆਪ ਜੀ ਤੋਂ ਵੱਡਾ ਮਹਾਪੁਰਸ਼ ਕੌਣ ਹੋ ਸਕਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਆਪਣੇ ਬੇਟੇ ਦਾ ਜਵਾਬ ਸੁਣ ਕੇ ਗਦ-ਗਦ ਹੋ ਗਏ ਤੇ ਸਤਿਗੁਰਾਂ ਨੇ ਕਸ਼ਮੀਰੀ ਪੰਡਤਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ, ਜਾਓ ਤੇ ਜਾ ਕੇ ਹਾਕਮਾਂ ਨੂੰ ਕਹਿ ਦਿਓ, ਜੇਕਰ ਤੁਸੀਂ ਸਾਡੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਧਰਮ ਬਦਲੀ ਕਰਵਾ ਲਵੋ ਤਾਂ ਅਸੀਂ ਸਾਰੇ ਆਪਣੇ ਆਪ ਹੀ ਮੰਨ ਲਵਾਂਗੇ। ਇਹ ਗੱਲ ਸੁਣ ਕੇ ਔਰੰਗਜ਼ੇਬ ਖੁਸ਼ ਹੋ ਕੇ ਹੁਕਮ ਦਿੰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਲਿਆਂਦਾ ਜਾਵੇ। ਗੁਰੂ ਜੀ ਸਮੇਂ ਦੀ ਨਬਜ਼ ਪਛਾਣਦੇ ਸਨ। ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇ ਕੇ ਆਨੰਦਪੁਰ ਸਾਹਿਬ ਤੋਂ ਰੋਪੜ, ਸੈਫਾਬਾਦ, ਸਮਾਣਾ, ਸੰਦੋਰਾ ਤੇ ਪਲਵਲ ਹੁੰਦੇ ਹੋਏ ਆਗਰੇ ਪਹੁੰਚੇ। ਗੁਰੂ ਜੀ ਆਗਰੇ ਪਹੁੰਚੇ ਸਨ ਕਿ ਮੁਗਲ ਫੌਜਾਂ ਨੇ ਉਹਨਾਂ ਨੂੰ ਸਿੱਖਾਂ ਸਮੇਤ ਆਪਣੀ ਨਿਗਰਾਨੀ ਹੇਠ ਦਿੱਲੀ ਲੈ ਆਂਦਾ। ਓਏ ਸੁਣਿਆ ਕੀ ਹੋਇਆ? ਸੁਣਿਆ ਕਿ ਔਰੰਗਜ਼ੇਬ ਦੇ ਹੁਕਮ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਲਿਆਂਦਾ ਗਿਆ ਹੈ। ਹੋਇਆ ਨਹੀਂ ਹੈ ਸਾਈਂ ਦਾ, ਇਸ ਜ਼ਾਲਮ ਤੋਂ ਭਲੇ ਦੀ ਆਸ ਨਹੀਂ ਹੈ। ਉਹ ਭਾਈ, ਜੋ ਜ਼ਾਲਮ ਆਪਣੇ ਪਿਤਾ ਤੇ ਭਰਾ ਦਾ ਸੱਕਾ ਨਹੀਂ, ਉਹ ਕਿਸੇ ਦਾ ਕੀ ਹੋਵੇਗਾ? ਓਏ, ਇਹ ਆਪਣੇ ਦੀਨ ਦੇ ਪ੍ਰਚਾਰ ਲਈ ਸਭਨਾਂ ਤੇ ਜ਼ੁਲਮ ਕਰ ਰਿਹਾ ਹੈ। ਓਏ, ਦੀਨ ਦਾ ਪ੍ਰਚਾਰ ਨਹੀਂ, ਆਪਣੇ ਔਗਣਾਂ ਤੇ ਜ਼ੁਲਮਾਂ ਨੂੰ ਛੁਪਾਉਣਾ ਚਾਹੁੰਦਾ ਹੈ। ਵੱਡਾ ਧਰਮੀ ਵੀ ਬਣਨਾ ਚਾਹੁੰਦਾ ਹੈ। ਕਹਿੰਦੇ ਨੇ ਗੁਰੂ ਜੀ ਤੇ ਉਹਨਾਂ ਦੇ ਸਾਥੀ 3 ਸਿੱਖਾਂ ਨੂੰ ਇੱਕ ਸੁੰਨੀ ਹਵੇਲੀ ਵਿੱਚ ਰੱਖਿਆ ਗਿਆ ਹੈ। ਓਏ ਭੱਲਿਓ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਥਾਂ ਹੁਣ ਸੁਹਾਵਾ ਹੋ ਗਿਆ ਹੈ। ਓਏ ਬਰਾਵੋ, ਓਏ ਮੈਂ ਤਾਂ ਸੁਣਿਆ ਹੈ ਕਿ ਗੁਰੂ ਜੀ ਨੂੰ ਤਸੀਹੇ ਦੇਣ ਲਈ ਇੱਕ ਪਿੰਜਰੇ ਵਿੱਚ ਕੈਦ ਕੀਤਾ ਗਿਆ ਹੈ। ਉੱਥੇ ਨਾ ਤੇ ਉਹ ਸਿੱਧੇ ਖੜ ਸਕਦੇ ਨੇ ਤੇ ਨਾ ਹੀ ਬਹਿ ਸਕਦੇ ਨੇ। ਸੱਚੇ ਪਾਤਸ਼ਾਹ, ਮੇਰੇ ਕੰਨ ਕੀ ਸੁਣ ਰਹੇ ਨੇ? ਓਏ ਗੁਰੂ ਪਿਆਰਿਓ, ਕੁਝ ਸੁਣਿਆ? ਨਹੀਂ ਹੋਇਆ। ਓ ਚਲੋ ਚਲੀਏ, ਚਾਂਦਨੀ ਚੌਕ ਵਿੱਚ ਭਾਲਾ ਵਾਪਰਨ ਲੱਗਾ ਹੈ। ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰਿਆ ਜਾ ਰਿਹਾ ਹੈ। ਮੁਗਲ ਬਾਦਸ਼ਾਹ ਦਾ ਇਹ ਭਰਮ ਹੈ ਕਿ ਸ਼ਾਇਦ ਇਸ ਤਰ੍ਹਾਂ ਗੁਰੂ ਜੀ ਡੋਲ ਜਾਣਗੇ। ਮੇਰੇ ਸਤਿਗੁਰਾਂ ਦਾ ਫਰਮਾਨ, ਪੈ ਕਾਹੂ ਕੋ ਦੇਤ ਨਹਿ ਪੈਮਾਨਤ ਆਨ। ਓਏ ਗੁਰੂ ਘਰ ਕਿਸੇ ਨੂੰ ਡਰ ਦਿੰਦਾ ਵੀ ਨਹੀਂ ਤੇ ਡਰ ਮੰਨਦਾ ਵੀ ਨਹੀਂ। ਮਤੀਦਾਸ ਜੀ, ਧੰਨ ਤੁਹਾਡੀ ਸਿੱਖੀ ਅਤੇ ਧੰਨ ਤੁਹਾਡਾ ਸੇਵਕ। ਜਪਜੀ ਸਾਹਿਬ ਦਾ ਪਾਠ ਨਹੀਂ ਵਿਸਰਿਆ। ਵੇਖੋ ਓਏ ਵੇਖੋ, 2 ਟੋਟੇ ਹੋਇਆ ਧੜ ਵੀ ਆਵਾਜ਼ ਦੇ ਰਿਹਾ ਏ। ਉਹ ਵੇਖੋ, ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟਿਆ ਜਾ ਰਿਹਾ ਹੈ।
ਭਾਈ ਮਤੀਦਾਸ ਜੀ ਤੇ ਭਾਈ ਸਤੀਦਾਸ ਜੀ ਸਕੇ ਭਰਾ ਹਨ। ਗੁਰੂ ਜੀ ਦੇ ਅਨੰਨ ਸੇਵਕ, ਇੱਕ ਦੀਵਾਨ ਤੇ ਦੂਜਾ ਲਿਖਾਰੀ। ਓਏ ਉਹਨਾਂ ਦਾ ਸਿਦਕ ਦੇਖੋ ਕਿ ਚਿਹਰੇ ਤੇ ਜਲਾਲ ਪਰ ਮੌਤ ਦੀ ਪਰਵਾਹ ਨਹੀਂ। ਭਲਿਓ ਅਜਿਹੇ ਸਿਦਕੀਆਂ ਦੇ ਸਿਦਕ ਉੱਪਰ ਹੀ ਕੌਮਾਂ ਦੇ ਮਹਿਲ ਉਸਰਦੇ ਨੇ। ਵਾਹ ਮੇਰੇ ਸਤਿਗੁਰਾ ਵਾਹ। ਓਏ ਧੰਨ ਹੋ ਤੁਸੀਂ ਤੇ ਧੰਨ ਤੁਹਾਡਾ ਸਿੱਖ। ਤੁਸੀਂ ਤੇ ਧੰਨ ਤੁਹਾਡਾ ਸਿੱਖ। ਤੁਸੀਂ ਤੇ ਧੰਨ ਤੁਹਾਡਾ ਸਿੱਖ। ਉਹ ਦੇਖੋ ਭਾਈ ਦਿਆਲਾ ਜੀ ਉਹ ਬਲਦੀ ਦੇਖ ਕੇ ਬੈਠਣ ਲੱਗੇ ਨੇ। ਓਏ ਜ਼ਾਲਮ ਤੇ ਜ਼ੁਲਮ ਦੀ ਇੰਤਹਾ ਏ। ਓਏ ਕਦੇ ਜਹਾਂਗੀਰ ਨੇ ਪੰਚਮ ਪਾਤਸ਼ਾਹ ਜੀ ਨੂੰ ਲਾਹੌਰ ਵਿਖੇ ਉਬਲਦੀ ਦੇਗ ਵਿੱਚ ਪਠਾਇਆ ਸੀ ਤੇ ਅੱਜ ਔਰੰਗਜ਼ੇਬ ਉਹ ਕੁਝ ਕਰ ਰਿਹਾ ਹੈ। ਓਏ ਸਿੱਖ ਦਾ ਸਿਦਕ ਦੇਖੋ ਭਰਾਵੋ। ਭਾਈ ਦਇਆਲਾ ਜੀ ਕੀ ਗਾ ਰਹੇ ਨੇ। ਜਿੰਦ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਓਏ ਵਾਹ ਗੁਰੂਦੇਵ ਸਿੱਖੋ ਧੰਨ ਤੁਹਾਡੀ ਕੁਰਬਾਨੀ। ਧੰਨ ਤੁਹਾਡੀ ਕੁਰਬਾਨੀ। ਧੰਨ ਤੁਹਾਡੀ ਕੁਰਬਾਨੀ। ਧੰਨ ਤੁਹਾਡੀ ਕੁਰਬਾਨੀ। ਬਾਦਸ਼ਾਹ ਸਮਝਦਾ ਸੀ ਕਿ ਆਪਣੇ ਸਾਥੀ ਸਿੱਖਾਂ ਦੀ ਸ਼ਹਾਦਤ ਆਪਣੀ ਅੱਖੀਂ ਵੇਖ ਸ਼ਾਇਦ ਗੁਰੂ ਸਾਹਿਬ ਦਾ ਮਨ ਡੋਲ ਜਾਵੇਗਾ। ਕਾਜ਼ੀ ਅਬਦੁਲ ਵਹਾਬ ਬੋਹਰਾ ਨੇ ਗੁਰੂ ਜੀ ਅੱਗੇ 3 ਸ਼ਰਤਾਂ ਰੱਖੀਆਂ ਕਿ ਜਾਂ ਕਲਮਾ ਪੜੋ, ਜਾਂ ਕਰਾਮਾਤ ਵਿਖਾਓ ਤੇ ਜਾਂ ਫਿਰ ਮੌਤ ਕਬੂਲ ਕਰੋ। ਗੁਰੂ ਜੀ ਨੇ ਜਵਾਬ ਦਿੱਤਾ, ਧਰਮ ਤਿਆਗਣ ਦਾ ਸਵਾਲ ਹੀ ਨਹੀਂ, ਕਰਾਮਾਤ ਕਹਿਰ ਦਾ ਨਾਮ ਹੈ ਤੇ ਸ਼ਹੀਦ ਹੋਣਾ ਸਾਨੂੰ ਪ੍ਰਵਾਨ ਹੈ। ਗੁਰੂ ਜੀ ਦਾ ਜਵਾਬ ਸੁਣ ਕੇ ਕਾਜ਼ੀ ਨੇ ਫਤਵਾ ਸੁਣਾ ਕੇ ਸ਼ਹਿਰ ਵਿੱਚ ਢਿੰਡੋਰਾ ਪਿੱਟਣ ਲਈ ਫਰਮਾਨ ਜਾਰੀ ਕਰ ਦਿੱਤਾ, ਜੋ ਭੁੱਲਿਆ ਨਹੀਂ ਭੁੱਲਦਾ। ਫੇਰ ਆ ਗਿਆ ਢਿੱਲੋਂ ਜੀ। ਹੁਕਮ ਬਾਦਸ਼ਾਹ ਦਾ, ਖਲਕਤ ਖੁਦਾ ਦੀ। ਕੱਲ ਦੁਪਹਿਰ ਚਾਂਦਨੀ ਚੌਕ ਵਿਖੇ ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦਰ ਦਾ ਸ਼ਰੇਆਮ ਸੀਸ ਜੁਦਾ ਕੀਤਾ ਜਾਏਗਾ। ਤੇ ਇਸ ਤਰ੍ਹਾਂ 11 ਨਵੰਬਰ 1675 ਈਸਵੀ ਨੂੰ ਵੀਰਵਾਰ ਵਾਲੇ ਦਿਨ ਸਵੇਰੇ 10 ਵਜੇ ਹਿੰਦੁਸਤਾਨੀ ਲੋਕਾਂ ਨੂੰ ਜ਼ਾਲਮ ਹਕੂਮਤ ਦੇ ਪੰਜੇ ਚੋਂ ਕੱਢਣ ਲਈ ਗੁਰੂ ਤੇਗ ਬਹਾਦਰ ਜੀ ਨੇ ਹਿੰਦ ਦੀ ਚਾਦਰ ਬਣ ਕੇ ਧਰਮ ਦੀ ਰੱਖਿਆ ਕੀਤੀ। ਭਾਵੇਂ ਬਾਦਸ਼ਾਹ ਦਾ ਹੁਕਮ ਸੀ ਕਿ ਗੁਰੂ ਸਾਹਿਬ ਦੇ ਸੀਸ ਤੇ ਧੜ ਸ਼ਹਾਦਤ ਵਾਲੀ ਥਾਂ ਤੇ ਹੀ ਪਏ ਰਹਿਣਗੇ, ਪਰ ਗੁਰੂ ਘਰ ਦੇ ਸੇਵਕ ਭਾਈ ਜੈਤਾ ਜੀ ਮੁਗਲਾਂ ਦੇ ਪੈ ਤੋਂ ਬੇਪਰਵਾਹ ਹੋ ਕੇ ਗੁਰੂ ਸਾਹਿਬ ਦਾ ਸੀਸ ਉਠਾ ਕੇ ਛਿਪਦੇ ਛਿਪਾਂਦੇ ਕਿਰਤਪੁਰ ਸਾਹਿਬ ਵੱਲ ਤੁਰ ਪਏ ਤੇ 5 ਪੜਾਅ ਪਾਰ ਕਰਦਿਆਂ ਕਿਰਤਪੁਰ ਸਾਹਿਬ ਜਾ ਪੁੱਜੇ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਤਾ ਦਾ ਸੀਸ ਭੇਟ ਕੀਤਾ। ਭਾਈ ਜੈਤਾ ਜੀ ਦੀ ਗਾਥਾ ਸੁਣ ਕੇ ਦਸਮ ਪਿਤਾ ਜੀ ਨੇ ਭਾਈ ਜੈਤਾ ਜੀ ਨੂੰ ਹਿੱਕ ਨਾਲ ਲਾ ਕੇ ਕਿਹਾ, ਰੰਗ ਰੇਟਾ ਗੁਰੂ ਕਾ ਬੇਟਾ। ਦੂਜੇ ਪਾਸੇ ਦਿੱਲੀ ਦੇ ਸ਼ਾਹੀ ਠੇਕੇਦਾਰ ਤੇ ਗੁਰੂ ਘਰ ਦੇ ਸੇਵਕ ਭਾਈ ਲੱਖੀ ਸ਼ਾਹ ਵਣਜਾਰਾ ਆਪਣੇ ਸਾਥੀਆਂ ਦੀ ਮਦਦ ਨਾਲ ਗੁਰੂ ਸਾਹਿਬ ਜੀ ਦੇ ਧੜ ਨੂੰ ਆਪਣੇ ਰੂਹ ਦੇ ਗੱਡੇ 'ਚ ਲੁਕੋ ਕੇ ਪਿੰਡ ਰਾਏ ਸੀਨਾ ਦੇ ਰਕਾਬਗੰਜ ਮੁਹੱਲੇ ਵਿੱਚ ਆਪਣੇ ਘਰ ਲੈ ਗਏ, ਜਿੱਥੇ ਰਾਤ ਟਲੀ ਆਪਣੇ ਘਰ ਵਿੱਚ ਚਿਖਾ ਬਣਾ ਕੇ ਘਰ ਨੂੰ ਹੀ ਅੱਗ ਲਗਾ ਕੇ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ। ਧੰਨ ਹਨ ਗੁਰੂ ਸਾਹਿਬ ਤੇ ਧੰਨ ਗੁਰੂ ਦੇ ਸਿੱਖ। ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਦਿੱਲੀ, ਪੰਜਾਬ, ਆਗਰਾ, ਇਲਾਹਾਬਾਦ, ਪਟਨਾ ਸਾਹਿਬ, ਢਾਕਾ, ਅਸਾਮ, ਬਲਕਿ ਸਮੁੱਚੇ ਭਾਰਤ ਵਿੱਚ ਅਨੇਕਾਂ ਅਸਥਾਨ ਹਨ ਜਿੱਥੇ ਸੰਗਤਾਂ ਬੜੇ ਪਿਆਰ ਤੇ ਸਤਿਕਾਰ ਸਹਿਤ ਆਪਣਾ ਸੀਸ ਝੁਕਾਉਂਦੀਆਂ ਹਨ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਹੋਈਆਂ ਗੁਨਗੁਨਾਉਂਦੀਆਂ ਹਨ। ਤੇਗ ਬਹਾਦਰ ਸਿਮਰਿਏ, ਕਰ ਨੌ ਨਿਧੀ ਆਵੇ ਥਾਏ, ਸਭ ਥਾਏ ਹੋਏ ਸਹਾਏ। ਇਹ ਸ਼ਹੀਦੀ ਸਮਾਰਕ ਸਾਰੇ ਧਰਮਾਂ ਦੀ ਆਜ਼ਾਦੀ ਦਾ ਪ੍ਰਤੀਕ ਹੈ। ਇਸ ਸਮਾਰਕ ਦੇ ਵਿਚਕਾਰ ਨਜ਼ਰ ਆ ਰਿਹਾ ਖੰਡਾ ਇੱਕ ਅਕਾਲ ਪੁਰਖ ਦੀ ਇਲਾਹੀ ਸ਼ਕਤੀ ਨੂੰ ਪ੍ਰਗਟ ਕਰਦਾ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦਗਾਰ ਦਾ ਪ੍ਰਤੀਕ ਹੈ। ਖੰਡੇ ਦੇ ਚੁਫੇਰੇ ਨਜ਼ਰ ਆਉਂਦੀਆਂ ਤਿੰਨੋਂ ਯਾਦਗਾਰਾਂ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ
ਅਤੇ ਭਾਈ ਦਇਆਲਾ ਜੀ ਦੀ ਦਿੱਤੀ ਹੋਈ ਖੌਫਨਾਕ ਸ਼ਹੀਦੀ ਨੂੰ ਸਮਰਪਿਤ ਹਨ। ਇਹ ਦਰਸਾ ਰਹੇ ਹਨ ਕਿ ਇਹਨਾਂ ਤਿੰਨਾਂ ਗੁਰੂ ਸਿੱਖਾਂ ਨੇ ਆਪਣੀ ਆਖਰੀ ਇੱਛਾ ਇਹ ਪ੍ਰਗਟ ਕੀਤੀ ਸੀ ਕਿ ਸ਼ਹੀਦ ਹੋਣ ਸਮੇਂ ਇਹਨਾਂ ਦਾ ਮੂੰਹ ਆਪਣੇ ਗੁਰੂ ਵੱਲ ਰੱਖਿਆ ਜਾਵੇ। ਇਸ ਲਈ ਇਹਨਾਂ ਤਿੰਨਾਂ ਸਿੰਘਾਂ ਦੀ ਯਾਦਗਾਰਾਂ ਦਾ ਮੁੱਖ ਵਿਚਕਾਰਲੇ ਖੰਡੇ ਵੱਲ ਕੀਤਾ ਗਿਆ ਹੈ। ਅਸੀਂ ਇਹਨਾਂ ਸਾਰੇ ਮਹਾਨ ਸ਼ਹੀਦਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਕੋਟ